ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 27 ਜਨਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਲਾਹੌਰ ਤੋਂ। ਖਬਰ ਤੇ 2-3 ਦਿਨ ਪੁਰਾਣੀ ਹੈ, ਪਰ ਖਬਰ ਇਹੋ ਜਿਹੀ ਹੈ ਕਿ ਤੁਹਾਨੂੰ ਜਿਹੜਾ ਉਹ ਕੁਰਸੀ ਫੜ ਕੇ ਸੁਣਨੀ ਪੈਣੀ ਹੈ। ਹਾਂਜੀ, ਲਾਹੌਰ ਦੇ ਵਿੱਚ ਪੁਲਿਸ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਦਾ ਇੱਕ ਡਿਪਾਰਟਮੈਂਟ ਹੈ, ਔਰ ਉਹ ਡਿਪਾਰਟਮੈਂਟ ਜਿਹੜਾ ਮਨਸ਼ੀਆਤ ਦੀ ਜਿਹੜੀ ਤਰਸੀਲ ਹੈ ਜਾਂ ਮਨਸ਼ੀਆਤ ਦੀ ਫਰੋਖਤ ਹੈ ਉਹਨੂੰ ਡੱਕਦਾ ਹੈ। ਐਂਟੀ ਨਾਰਕੋਟਿਕਸ ਉਹਨੂੰ ਕਹਿੰਦੇ ਨੇ। ਅਤੇ ਉਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਕੋਈ ਪਾਊਡਰ ਵੇਚਦਾ ਹੈ, ਕੋਈ ਬੰਦਾ ਕਿਤੇ ਆਈਸ ਵੇਚਦਾ ਹੈ, ਕੋਈ ਹੋਰ ਹੀਰੋਇਨ ਵੇਚਦਾ ਹੈ, ਕੋਈ ਵੀ ਨਸ਼ਾ ਤਮਾਸ਼ਾ ਵੇਚਦਾ ਹੈ, ਉਹਨੂੰ ਫੜਨਾ ਹੈ ਅਤੇ ਇਸ ਕੰਮ ਨੂੰ ਰੋਕਣਾ ਹੈ। ਹੁਣ ਉਹਦਾ ਇੰਚਾਰਜ ਇੱਕ ਜਿਹੜੇ ਸਾਹਿਬ ਨੂੰ ਲਾਇਆ, ਉਹਨਾਂ ਦਾ ਨਾਂ ਹੈ ਮਜ਼ਰੀ ਸਾਹਿਬ। ਉਹਨਾਂ ਦਾ ਨਾਂ ਹੈ DSP ਮਜ਼ਰ ਇਕਬਾਲ ਉਰਫ ਮਜ਼ਰੀ। ਇਹ ਡੌਨ TV ਨੇ ਖਬਰ ਕੀਤੀ ਹੈ, ਖਬਰ ਸਾਡੀ ਨਹੀਂ ਹੈ, ਇਸ ਦੀ ਕ੍ਰੈਡਿਟ ਡੌਨ TV ਦਾ ਹੀ ਹੈ। ਉਹਨਾਂ ਨੇ ਖਬਰ ਕੀਤੀ ਹੈ ਔਰ ਉਹਨਾਂ ਨੇ ਜਿਹੜੇ ਗੱਲਾਂ ਦੱਸੀਆਂ ਨੇ ਮਜ਼ਰੀ ਸਾਹਿਬ ਦੀਆਂ, ਜੋ ਕੁਝ ਉਹਨਾਂ ਦੱਸ ਛੱਡਿਆ ਹੈ ਕਿ ਮਜ਼ਰੀ ਸਾਹਿਬ ਨੇ ਕੀ ਕੁਛ ਅਚੀਵ ਕੀਤਾ ਹੈ ਜ਼ਿੰਦਗੀ ਦੇ ਵਿੱਚ, ਅਤੇ ਬੰਦੇ ਦਾ ਤਾਂ ਇੱਕ ਵਾਰ ਤਰਾਹ ਨਿਕਲ ਗਿਆ ਸੁਣ ਕੇ। ਅਸੀਂ ਜਿਸ ਵੇਲੇ ਉਹ ਸਾਰੀਆਂ ਗੱਲਾਂ ਵੇਖੀਆਂ ਤੇ ਸਾਨੂੰ ਲੱਗਾ ਵੀ ਯਾਰ ਹੋ ਸਕਦਾ ਇਹ ਗੱਲ ਝੂਠ ਹੋਵੇ। ਅਸੀਂ ਆਪਣੇ ਤੌਰ 'ਤੇ ਪਤਾ ਕੀਤਾ ਲਾਹੌਰੋਂ, ਅਤੇ ਪਤਾ ਲੱਗਾ ਵੀ ਇਹ ਇੱਕ ਗੱਲ ਸੱਚ ਹੈ ਅਤੇ ਵਾਕਿਆ ਹੀ ਏਡੇ ਵੱਡੇ ਇਹ ਸ਼ਾਹਕਾਰ ਨੇ ਕਿ ਫਿਰ ਇਹਨਾਂ ਦਾ ਹੀ ਬਣਦਾ ਐਂਟੀ ਨਾਰਕੋਟਿਕਸ ਦੇ ਵਿੱਚ ਜਿਹੜਾ ਉਹ ਇੰਚਾਰਜ ਉਹਦਾ ਲਾਹੌਰ ਦੇ ਵਿੱਚ ਲਾਇਆ ਜਾਣਾ। ਅੱਛਾ, ਇਹਨਾਂ ਦਾ ਬੈਕਗਰਾਊਂਡ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਈਏ। ਵਬਸਤਗੀ ਇਹਨਾਂ ਦੀ ਰਿਪੋਰਟਡਲੀ PMLN ਦੇ ਨਾਲ ਆਖੀ ਜਾਂਦੀ ਹੈ ਕਿ ਨੂਨ ਲੀਗ ਦੇ ਨਾਲ ਵਬਸਤਗੀ ਹੈ। DH 'ਚ 4 ਕਨਾਲ ਦਾ ਘਰ ਹੈ ਅਤੇ ਹੋਰ ਵੀ ਕੋਈ 10-15 ਪ੍ਰਾਪਰਟੀਆਂ ਜਿਹੜੀਆਂ ਨੇ ਇਹੋ ਜਿਹੀਆਂ ਹੀ ਲਾਹੌਰ ਦੇ ਵਿੱਚ ਮੌਜੂਦ ਨੇ। 125 ਗੱਡੀਆਂ ਦੇ ਮਾਲਕ ਨੇ। ਕਿੰਨੇ? 125 ਗੱਡੀਆਂ ਇਹਨਾਂ ਦੇ ਕੋਲ ਨੇ। ਮੇਰੇ ਖਿਆਲ ਇੰਨੀਆਂ ਤੇ ਬਾਜੀ ਮਰੀਮ ਤੇ ਨਵਾਜ਼ ਸ਼ਰੀਫ ਕੋਲ ਵੀ ਨਹੀਂ ਹੋਣੀਆਂ ਜਾਤੀ ਉਮਰੇ। ਬਹਰਹਾਲ 125 ਗੱਡੀਆਂ ਦੇ ਇਹ ਮਾਲਕ ਨੇ ਅਤੇ ਇਹ ਕੋਈ ਤਕਰੀਬਨ 6 ਵਾਰੀ ਡਿਸਮਿਸ ਹੋਏ ਨੇ ਅਤੇ 45 ਵਾਰੀ ਸਸਪੈਂਡ ਹੋਏ ਨੇ, ਔਰ ਇਹਨਾਂ ਦੇ ਉੱਤੇ 13 FIR ਨੇ। ਹੈ ਨਾ ਹੀਰਾ? ਕਿਸੇ ਦਾ ਹੋ ਸਕਦਾ ਦੁਨੀਆ ਦੇ ਵਿੱਚ ਇਹੋ ਜਿਹਾ ਰਿਕਾਰਡ। ਅਤੇ ਇਹ ਜਿਹੜੇ ਸਸਪੈਂਡ ਹੋਏ ਨੇ ਇਹ ਤਕਰੀਬਨ ਕੋਈ 6 ਵਾਰੀ ਔਰ 45 ਵਾਰੀ ਸਸਪੈਂਡ ਹੋਏ ਨੇ, 6 ਵਾਰ ਡਿਸਮਿਸ ਹੋਏ ਨੇ ਅਤੇ 13 FIRs ਨੇ। ਇਹ ਸਾਰੀਆਂ ਤਕਰੀਬਨ ਇਹ ਨਾਰਕੋਟਿਕਸ ਜਿਹੜਾ ਨਸ਼ਾ ਇਹਨਾਂ ਵੇਚਣ ਤੋਂ ਡੱਕਣਾ ਸੀ ਨਾ, ਉਹਦੇ ਵਿੱਚ ਹੀ ਕੰਮ ਪਾਉਣ ਦੀ ਵਜ੍ਹਾ ਤੋਂ ਇਹ ਸਾਰਾ ਕੁਛ ਹੋਇਆ। ਜਦੋਂ ਮਜ਼ੀਦ ਇਸ ਇਨਫੋਰਮੇਸ਼ਨ ਨੂੰ ਫੋਲਿਆ ਹੈ ਤਾਂ ਪਤਾ ਲੱਗਾ ਵੀ ਇਹਨਾਂ ਇੱਕ ਵਾਰੀ ਕਈ ਕਿਲੋ, ਬਲਕਿ ਮਣਾਂ ਦੇ ਹਿਸਾਬ ਨਾਲ ਜਿਹੜੀ ਉਹ ਹੀਰੋਇਨ ਫੜੀ, ਅਤੇ ਇਹਨਾਂ ਉਹਦਾ ਜਿਹੜਾ ਪਰਚਾ ਦਰਜ ਕੀਤਾ ਉਹ ਸਿਰਫ 400 ਗ੍ਰਾਮ ਦਾ ਕੀਤਾ, ਬਾਕੀ ਇਹ ਰਗੜ ਗਏ ਅਤੇ ਇਹਨਾਂ ਵੇਚ ਛੱਡੀ। ਹੁਣ ਇਹ ਅਰਬਾਂ ਰੁਪਈਆਂ ਦੇ ਮਾਲਕ ਨੇ ਅਤੇ ਇਹਨਾਂ ਨੂੰ ਪੰਜਾਬ ਪੁਲਿਸ ਨੇ ਹੁਣ ਲਾਹੌਰ ਦਾ ਐਂਟੀ ਨਾਰਕੋਟਿਕਸ ਦਾ ਹੈੱਡ ਲਾਇਆ। ਹੁਣ ਸੋਚੋ ਵੀ ਇਹੋ ਜਿਹੇ ਨਗੀਨੇ ਜਿਹੜੇ ਨੇ ਉਹ ਚੌਧਰੀ ਨੂੰ ਪਸੰਦ ਆਉਣੇ ਨੇ। ਇਹੋ ਜਿਹੇ ਨਗੀਨੇ ਉਹ ਨੇ ਜਿਹਨਾਂ ਪੂਰੇ ਲਾਹੌਰ ਨੂੰ ਨਸ਼ੇ 'ਤੇ ਲਾ ਦੇਣਾ ਜਾਂ ਪੂਰੇ ਪੰਜਾਬ ਨੂੰ ਨਸ਼ੇ 'ਤੇ ਲਾ ਦੇਣਾ, ਕਿਉਂਕਿ ਉਹਨਾਂ ਦਾ ਤਾਂ ਧੰਦਾ ਹੈ ਨਸ਼ਾ ਵੇਚਣਾ। ਅਤੇ ਸੋਚੋ ਵੀ ਮਜ਼ਰੀ ਜਿਹੜਾ ਉਹ ਤੋਂ ਬਿਹਤਰ ਤਾਂ ਫਿਰ ਚੌਧਰੀ ਨੂੰ ਬੰਦੇ ਲੱਭਣੇ ਨਹੀਂ ਨਾ। ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਸਾਡੇ ਚੌਧਰੀ ਸਾਹਿਬ ਪਸੰਦ ਕਰਦੇ ਨੇ, ਅਤੇ ਜਿਹੜੇ ਬੰਦੇ ਠੀਕ ਹੋਣ ਉਹਨਾਂ ਨੂੰ ਗੋਡਾ ਫੇਰਦੇ ਨੇ। ਅਤੇ ਮੇਰਾ ਖਿਆਲ ਹੈ ਫਿਰ ਇਹੋ ਜਿਹੇ ਬੰਦੇ ਜਿਹੜੇ ਨੇ ਉਹਨਾਂ ਦੀ ਚਾਂਦੀ ਹੋਣੀ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਇਹ ਹੈ ਕਿ ਇਸਲਾਮਾਬਾਦ ਦੇ ਵਿੱਚ 36% ਜਿਹੜੇ ਫਿਲਟਰੇਸ਼ਨ ਪਲਾਂਟ ਨੇ, ਔਰ 42% ਜਿਹੜੇ ਵਾਟਰ ਵਰਕਸ ਨੇ, ਔਰ 17% ਜਿਹੜੇ ਟਿਊਬਵੈੱਲ ਨੇ ਉਹਨਾਂ ਦੇ ਵਿੱਚੋਂ ਜ਼ਹਿਰੀਲਾ ਪਾਣੀ ਨਿਕਲਣ ਡਿਆ। ਦੁਰਸਤ ਸੁਣ ਰਹੇ ਹੋ? ਇਹ ਜਿਹੜੇ 36% ਫਿਲਟਰੇਸ਼ਨ ਪੁਆਇੰਟ ਨੇ ਨਾ, ਇਹ ਵੇਚੇ ਤੇ ਇਹ ਕਹਿ ਕੇ ਜਾਂਦੇ ਨੇ, ਦੱਸੇ ਤੇ ਇਹ ਕਹਿ ਕੇ ਜਾਂਦੇ ਨੇ ਕਿ ਤੁਹਾਨੂੰ ਸਾਫ਼ ਪਾਣੀ ਦੇਣਗੇ, ਲੇਕਿਨ ਖਬਰ ਤੁਹਾਡੇ ਸਾਹਮਣੇ ਰੱਖਦੇ ਵੀ 36% ਦੇ ਵਿੱਚੋਂ ਕਮ ਸੇ ਕਮ ਜ਼ਹਿਰੀਲਾ ਪਾਣੀ ਜਿਹੜਾ ਉਹ ਆਉਣ ਡਿਆ। ਪੰਜਾਬ ਹਕੂਮਤ ਨੇ ਅਗਲੀ ਖਬਰ ਜੇ ਕਿ ਫੈਸਲਾ ਇਹ ਕੀਤਾ ਹੈ ਕਿ ਹੁਣ ਡਿਸਟ੍ਰਿਕਟ ਲੈਵਲ 'ਤੇ ਆਪਣੀ ਡਿਜੀਟਲ ਮਤਲਬ ਸੋਸ਼ਲ ਮੀਡੀਆ ਟੀਮ ਬਣਾਉਣੀ ਹੈ। ਇੱਕ ਪਾਸੇ ਸੋਸ਼ਲ ਮੀਡੀਆ ਨੂੰ ਗਾਲਾਂ ਕੱਢਦੇ ਨੇ, ਸੋਸ਼ਲ ਮੀਡੀਆ ਨੂੰ ਇੰਤਸ਼ਾਰੀ ਟੋਲਾ ਆਂਦੇ ਨੇ ਸੋਸ਼ਲ ਮੀਡੀਆ ਇੰਤਸ਼ਾਰ ਹੈ, ਸ਼ੈਤਾਨੀ ਕੰਮ ਹੈ। ਸਾਡੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਵੀ ਇਹੀ ਕਹਿੰਦੇ ਨੇ, ਅਤੇ ਇਸ ਖਬਰ ਤੋਂ ਬਾਅਦ ਤੇ ਇਹੀ ਲੱਗਦਾ ਹੈ ਕਿ ਪੰਜਾਬ ਹਕੂਮਤ ਨੇ ਜਨਰਲ ਸਾਹਿਬ ਦੇ ਖਿਲਾਫ ਫੈਸਲਾ ਲੈ ਲਿਆ ਹੈ, ਅਤੇ ਜੋ ਜਨਰਲ ਸਾਹਿਬ ਦੀਆਂ ਡਿਜ਼ਾਇਰਸ ਨੇ ਉਹਨਾਂ ਦੇ ਖਿਲਾਫ ਜਾ ਕੇ ਬਾਜੀ ਮਰੀਮ ਕੰਮ ਕਰਨ ਲਈ, ਕਿਉਂਕਿ ਉਹ ਤੇ ਸੋਸ਼ਲ ਮੀਡੀਆ ਨੂੰ ਸ਼ੈਤਾਨੀ ਮੀਡੀਆ ਆਖਦੇ ਨੇ। ਅਤੇ ਫਿਰ ਪੰਜਾਬ ਗਵਰਨਮੈਂਟ ਕਿਵੇਂ ਡਿਸਟ੍ਰਿਕਟ ਲੈਵਲ 'ਤੇ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਜਾ ਰਹੀ ਹੈ? ਖੈਰ, ਇਹ ਤਾਂ ਹੁਣ ਆਪਣਾ ਪ੍ਰੋਪੇਗੈਂਡਾ ਇਹ ਉੱਥੋਂ ਕਰਨਗੇ, ਪੈਸੇ ਪੂਸੇ ਸਰਕਾਰ ਦੇ ਲਾਉਣਗੇ, ਪ੍ਰੋਪੇਗੈਂਡਾ ਆਪਣਾ ਕਰਨਗੇ, ਲੇਕਿਨ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਉਸ ਵੇਲੇ ਜਿਹੜੇ ਆਮ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਨੇ ਉਹਨਾਂ ਨੂੰ
ਮੇਰਾ ਨਹੀਂ ਖਿਆਲ ਕਿ ਕੋਈ ਇਹੋ ਜਿਹੀ ਗੱਲ ਭੈੜੀ ਹੋਏ ਜਿਹੜੀ ਇਹ ਆਂਦੇ ਨਾ ਹੋਣ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਮਰਾਨ ਖਾਨ ਨੇ, ਇਹ ਮੇਰਾ ਖਿਆਲ ਸਬੀਨਾ ਪਾਸ਼ਾ ਸਾਹਿਬਾ ਨੇ ਆਖਿਆ, ਇਮਰਾਨ ਖਾਨ ਨੇ ਨਿਸਾਬੇ ਤਾਲੀਮ ਦੇ ਵਿੱਚ ਕੁਰਾਨ ਕਰੀਮ ਔਰ ਸੀਰਤੁਨ ਨਬੀ ਸੱਲੱਲਾਹੁ अलैहि वसल्लम ਪੜ੍ਹਾਉਣਾ ਲਾਜ਼ਮੀ ਕਰਾਰ ਦਿੱਤਾ ਅਤੇ ਮੌਜੂਦਾ ਰਜੀਮ ਨੇ ਕੁਰਾਨ ਕਰੀਮ ਔਰ ਸੀਰਤੁਨ ਨਬੀ ਦੀ ਤਾਲੀਮ ਤੋਂ ਹਟ ਕੇ ਜਿਹੜੇ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਜਿਹੜੇ ਕਾਰਨਾਮੇ ਨੇ ਸਿਆਸਤ ਦੇ, ਮੁਤਾਲਿਆ ਪਾਕਿਸਤਾਨ ਦੀ ਕਿਤਾਬ ਦਾ ਜ਼ਿਕਰ ਹੋ ਰਿਹਾ, ਉਹਨਾਂ ਨੇ ਉਹ ਪਾ ਦਿੱਤਾ। ਫਰਕ ਜਿਹੜੇ ਨੇ, ਜਿਹੜੀ ਪ੍ਰਾਇਓਰਿਟੀਜ਼ ਨੇ ਇਹਨਾਂ ਦੀਆਂ, ਉਹ ਤੁਹਾਡੇ ਸਾਹਮਣੇ ਨੇ, ਅਤੇ ਜੋ ਇਹ ਵਾਰਦਾਤ ਪਾਉਣਾ ਚਾਹੁੰਦੇ ਨੇ ਉਹ ਵੀ ਤੁਹਾਡੇ ਸਾਹਮਣੇ ਨੇ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਉਹ ਐਮਲ ਵਲੀ ਜਿਹੜੇ ਬਾਚਾ ਖਾਨ ਦਾ ਪੋਤਾ ਨੇ ਔਰ ਉਹਨਾਂ ਦੇ ਵਾਰਿਸ ਨੇ, ਉਹਨਾਂ ਨੇ ਆਖਿਆ ਹੈ ਕਿ ਆਸਿਫ ਜ਼ਰਦਾਰੀ ਅਤੇ ਬਿਲਾਵਲ ਭੁੱਟੋ ਪਖਤੂਨਾ ਦੇ ਸਿਰ 'ਤੇ ਸ਼ਫਕਤ ਦਾ ਹੱਥ ਰੱਖਣ। ਪਤਾ ਨਹੀਂ ਕਿੱਥੇ ਹੱਥ ਰਖਵਾਉਣਾ ਚਾਹੁੰਦੇ ਨੇ, ਮਤਲਬ ਕਿ ਸਿਰ 'ਤੇ ਹੱਥ ਰਖਵਾਉਣਾ ਚਾਹੁੰਦੇ ਨੇ। ਕਹਿਣ ਦਾ ਮਤਲਬ ਹੈ ਕਿਉਂ ਰਖਵਾਉਣਾ ਚਾਹੁੰਦੇ ਨੇ, ਮੈਂ ਕਹਿਣਾ ਚਾਹੁੰਦਾ ਇੱਥੇ ਅਸੀਂ ਇਹੀ ਕਹਿ ਸਕਦੇ ਹਾਂ ਵੀ ਗੰਦੀ ਔਲਾਦ ਮਜ਼ਾ ਨਾ ਸਵਾਦ, ਉਹੀ ਗੱਲ ਇੱਥੇ ਸੈੱਟ ਹੁੰਦੀ ਹੈ। ਵਰਨਾ ਬਾਚਾ ਖਾਨ ਦਾ ਪੋਤਰਾ ਅਤੇ ਇਹੋ ਜਿਹੀਆਂ ਗੱਲਾਂ ਜ਼ਰਦਾਰੀ ਸਾਹਿਬ ਨੂੰ ਔਰ ਬਿਲਾਵਲ ਨੂੰ ਕਵੇ, ਕੋਈ ਗੱਲ ਬਣਦੀ ਨਹੀਂ ਔਰ ਸਮਝ ਨਹੀਂ ਆਉਂਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਲਾਹੌਰ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਉੱਥੇ ਬਾਜੀ ਮਰੀਮ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ ਹੈ ਅਤੇ ਲਾਠੀ ਚੁੱਕ ਲਈ। ਲਾਠੀ ਸੋਚੋਗੇ ਵੀ ਕਿਹਦੇ ਮਗਰ ਚੁੱਕ ਲਈ, ਕੋਈ ਕਬਜ਼ਾ ਗਰੁੱਪ ਦੇ ਮਗਰ ਚੁੱਕ ਲਈ ਹੈ? ਨਹੀਂ, ਕਬਜ਼ਾ ਗਰੁੱਪ ਦੇ ਮਗਰ ਨਹੀਂ ਚੁੱਕੀ। ਬਾਜੀ ਨੇ ਲਾਠੀ ਚੁੱਕੀ ਹੈ ਸਟੇਜ ਦੀਆਂ ਜਿਹੜੀਆਂ ਫਨਕਾਰਾਂ ਨੇ ਔਰ ਰਕਾਸਾ ਨੇ ਉਹਨਾਂ 'ਤੇ। ਬਾਜੀ ਮਰੀਮ ਨੇ ਹੁਕਮ ਦਿੱਤਾ ਹੈ ਵੀ ਜਿੰਨੇ ਵੀ ਕਿਸੇ ਕਿਸਮ ਦਾ ਫੋਸ਼ ਡਾਂਸ ਕੀਤਾ ਸਟੇਜ 'ਤੇ ਜਾ ਕੇ, ਉਹਨੂੰ ਸਾਰੀ ਉਮਰ ਵਾਸਤੇ ਸਟੇਜ ਤੋਂ ਬੈਨ ਕਰ ਦਿਆਂਗੇ। ਮਾਸ਼ਾਅੱਲਾ ਮਾਸ਼ਾਅੱਲਾ, ਕਿਆ ਜ਼ਬਰਦਸਤ ਕੰਮ ਹੈ। ਅੱਛਾ, ਹੁਣ ਚਲੋ ਮੰਨ ਲੈਂਦੇ ਫੋਸ਼ ਫਿਲਮਾਂ 'ਤੇ ਜਾਂ ਫੋਸ਼ ਗੱਲਾਂ 'ਤੇ ਕਿਤੇ ਵੀ ਨਹੀਂ ਹੋਣੀਆਂ ਚਾਹੀਦੀਆਂ, ਨਾ ਡਾਂਸ ਹੋਣਾ ਚਾਹੀਦਾ, ਉਹਦਾ ਕੋਈ ਤਰੀਕਾ ਹੋਰ ਕੱਢਣਾ ਚਾਹੀਦਾ। ਲੇਕਿਨ ਫਨਕਾਰਾਂ ਨੂੰ ਇਹੋ ਜਿਹੀਆਂ ਧਮਕੀਆਂ ਲਾਉਣਾ ਔਰ ਆਖਣਾ ਕਿ ਤੁਹਾਨੂੰ ਜਿਹੜਾ ਪੂਰੀ ਜ਼ਿੰਦਗੀ ਵਾਸਤੇ ਬੈਨ ਕਰ ਦਿਆਂਗੇ, ਗੱਲ ਸਮਝ ਤੋਂ ਬਾਹਰ ਆਉਂਦੀ। ਔਰ ਉਹ ਵੀ ਉਹ ਚੀਫ ਮਿਨਿਸਟਰ ਸਾਹਿਬਾ ਜਿਹੜੀਆਂ ਆਪ ਧਮਕੀਆਂ ਲਾਉਣ ਕਿ ਮੇਰੇ ਕੋਲ ਬੜੇ ਵੱਡੇ ਬੰਦਿਆਂ ਦੀਆਂ ਫੋਸ਼ ਫਿਲਮਾਂ ਨੇ ਔਰ ਅਗਰ ਮੈਂ ਚਲਾਤੀਆਂ ਤਾਂ ਕੋਈ ਮੂੰਹ ਵਿਖਾਉਣ ਦੇ ਕਾਬਿਲ ਨਾ ਰਹੇਗਾ। ਜ਼ਾਹਿਰ ਹੈ ਅਗਰ ਉਹਨਾਂ ਨੂੰ ਪਤਾ ਸੀ ਵੀ ਕਿਹਦੀਆਂ ਉਹਨਾਂ ਵੇਖੀਆਂ ਨੇ ਤਾਂ ਉਹਨਾਂ ਨੂੰ ਪਤਾ ਹੈ ਨਾ। ਅਤੇ ਕਹਿਣ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਫੋਸ਼ ਫਿਲਮਾਂ ਵੇਖੀਆਂ ਵੀ ਨਹੀਂ ਅਤੇ ਕਬਜ਼ੇ 'ਚ ਵੀ ਰੱਖੀਆਂ ਨੇ, ਉਹ ਹੁਣ ਸਟੇਜ ਅਦਾਕਾਰਾਂ ਨੂੰ ਜਾ ਕੇ ਕਹਿੰਦੇ ਨੇ ਵੀ ਜੇ ਤੁਸੀਂ ਫੋਸ਼ ਡਾਂਸ ਕੀਤਾ ਤਾਂ ਤੁਹਾਨੂੰ ਅਸੀਂ ਬੈਨ ਕਰ ਦੇਣਾ। ਅਤੇ ਜੇ ਅੱਗੋਂ ਉਹਨਾਂ ਜਵਾਬ ਦੇ ਦਿੱਤਾ ਕਿ ਜਨਾਬ ਤੁਸੀਂ ਇਹ ਜਿਹੜੀਆਂ ਫੋਸ਼ ਫਿਲਮਾਂ ਕੱਢਦੇ ਫਿਰਦੇ ਹੋ, ਇਸ 'ਤੇ ਤਾਂ ਤੁਹਾਨੂੰ ਵੀ ਬੈਨ ਲੱਗਣਾ ਚਾਹੀਦਾ, ਅਤੇ ਫਿਰ ਕੀ ਜਵਾਬ ਦਿਓਗੇ? ਬਹਰਹਾਲ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੇ ਰੱਖਣੇ ਉਹ ਵੀ ਬੜੀ ਤੱਤੀ ਖਬਰ ਜੇ। ਹਿੰਦੁਸਤਾਨ ਨੇ ਰਿਪਬਲਿਕ ਡੇ 'ਤੇ ਇੰਡੋਨੇਸ਼ੀਆ ਦੇ ਸਦਰ ਨੂੰ ਮਹਿਮਾਨ ਖਸੂਸੀ ਦੇ ਤੌਰ 'ਤੇ ਬੁਲਾਇਆ। ਉਹਨਾਂ ਨੇ, ਇੰਡੋਨੇਸ਼ੀਆ ਦੇ ਸਦਰ ਨੇ ਸੋਚਿਆ ਵੀ ਹਿੰਦੁਸਤਾਨ ਤੱਕ ਤੇ ਚੱਲਣਾ ਹੀ ਹੈ, ਗਾਂ ਪਾਕਿਸਤਾਨ ਦਾ ਵੀ ਇੱਕ ਛੋਟਾ ਜਿਹਾ ਦੌਰਾ ਕੱਢ ਆਵਾਂਗਾ। ਹਿੰਦੁਸਤਾਨ ਨੂੰ ਜਿਸ ਵੇਲੇ ਪਤਾ ਲੱਗਾ ਤੇ ਹਿੰਦੁਸਤਾਨ ਨੇ ਇਤਰਾਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਪਾਕਿਸਤਾਨ ਨਾ ਰੁਕੋ ਤਾਂ ਬਿਹਤਰ ਹੈ, ਤੁਸੀਂ ਸਾਡੇ ਕੋਲ ਆ ਰਹੇ ਹੋ ਤਾਂ ਸਿਰਫ ਸਾਡਾ ਦੌਰਾ ਜਿਹੜਾ ਕਰੋ। ਇੰਡੋਨੇਸ਼ੀਆ ਦੇ ਸਦਰ ਨੇ ਫੌਰੀ ਤੌਰ 'ਤੇ ਉਹਨਾਂ ਦੀ ਗੱਲ ਮੰਨੀ। ਇਹ ਦੁਨੀਆ 'ਚ ਸਭ ਤੋਂ ਵੱਡਾ ਇਸਲਾਮੀ ਮੁਲਕ ਹੈ ਔਰ ਉਹਨਾਂ ਨੇ ਹਿੰਦੁਸਤਾਨ ਦੇ ਕਹਿਣ ਦੇ ਉੱਤੇ ਪਾਕਿਸਤਾਨ ਦਾ ਦੌਰਾ ਕੈਂਸਲ ਕਰ ਛੱਡਿਆ। ਇਹ ਜੇ ਸਾਡੀ ਇਸ ਵੇਲੇ ਇੰਟਰਨੈਸ਼ਨਲ ਸੂਰਤ-ਏ-ਹਾਲ, ਇਹ ਸਾਡਾ ਵਕਾਰ ਜੇ, ਇਹ ਸਾਡਾ ਇਹਤਰਾਮ ਹੈ, ਇਹ ਸਾਡੀ ਇੱਜ਼ਤ ਹੈ। ਇਸ ਤਰੀਕੇ ਨਾਲ ਪੂਰੀ ਦੁਨੀਆ ਸਾਨੂੰ ਵੇਖਦੀ ਹੈ ਇਸ ਵੇਲੇ, ਅਤੇ ਅੱਗੋਂ ਤੁਸੀਂ ਗੱਲਾਂ ਆਪ ਸੋਚ ਸਕਦੇ ਹੋ ਕਿ ਮਾਮਲਾਤ ਸਾਡੇ ਕਿਹੜੇ ਪਾਸੇ ਨੂੰ ਅਤੇ ਕਿਵੇਂ ਜਾ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਰੱਖਾਂਗੇ ਕਿ ਫਾਇਰਵਾਲ ਜਿਹੜੀ ਹੈ ਉਹਦੇ ਉੱਤੇ ਪਤਾ ਲੱਗਾ ਹੈ ਕਿ ਉਹ ਇਹਨਾਂ ਦੀ ਦਰੁਸਤ ਕੰਮ ਨਹੀਂ ਜੇ ਕਰ ਰਹੀ। ਇਹਨਾਂ ਪੈਸੇ ਦੇ ਉੱਤੇ ਬੜੇ ਲਾ ਦਿੱਤੇ ਨੇ, ਲੇਕਿਨ ਹੁਣ ਸ਼ਾਇਦ ਇਨਕੁਆਇਰੀ ਕਰਨ ਲੱਗੇ ਨੇ ਕਿ ਫਾਇਰਵਾਲ ਜਿਹੜੀ ਹੈ ਕਿਸੇ ਦਿਨ ਤਾਂ ਬਹੁਤ ਚੰਗੀ ਚੱਲਦੀ ਅਤੇ ਕਿਸੇ ਦਿਨ ਸ਼ਾਇਦ ਤੱਤੀ ਹੋ ਜਾਂਦੀ ਹੈ, ਠੀਕ ਨਹੀਂ ਚੱਲਦੀ। ਹੁਣ ਇਹ ਪਤਾ ਕਰਦੇ ਫਿਰਦੇ ਨੇ ਵੀ ਇਹਦੇ ਵਿੱਚ ਚੌਧਰੀ ਨੇ ਕਿਹਨੂੰ ਠੇਕਾ ਦੇ ਛੱਡਿਆ ਸੀ ਅਤੇ ਕਿੰਨਾ ਮਾਲ ਇਹਦੇ ਵਿੱਚੋਂ ਬਣਾਇਆ ਹੈ ਅਤੇ ਕਿੰਨਾ ਮਾਲ ਇਹਦੇ ਵਿੱਚੋਂ ਖਾਧਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕਰਾਚੀ ਤੋਂ ਹੈ। ਪਾਕਿਸਤਾਨ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਹੈ NED, ਔਰ ਉੱਥੋਂ ਦੀ ਤਾਲਬਾ ਨੇ ਟੈਕਸਟਾਈਲ ਇੰਡਸਟਰੀ ਦਾ ਬੜਾ ਵੱਡਾ ਮਸਲਾ ਜਿਹੜਾ ਉਹ ਹੱਲ ਕੀਤਾ। ਇਹ ਸ਼ਾਬਾਸ਼ ਦੇਵਾਂਗੇ ਇਸ ਬੱਚੀ ਨੂੰ। ਇਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਮੈਕੈਨਿਜ਼ਮ ਬਣਾਇਆ, ਇੱਕ ਪ੍ਰੋਸੈਸ ਬਣਾਇਆ, ਇੱਕ ਸਿਸਟਮ ਡਿਜ਼ਾਈਨ ਕੀਤਾ ਜਿਹੜਾ ਕੱਪੜੇ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਜਦੋਂ ਕੱਪੜਾ ਬਣ ਰਿਹਾ ਹੋਏਗਾ ਉਸੇ ਵੇਲੇ ਦਰਿਆਫਤ ਕਰ ਲਏਗੀ। ਬਾਅਦ ਦੇ ਵਿੱਚ ਉਹਦੇ ਸੈਂਪਲ ਲੈ ਕੇ ਚੈੱਕ ਨਹੀਂ ਕਰਨਾ ਪਏਗਾ, ਬਲਕਿ ਉਹ ਕੱਪੜਾ ਨਾਲ ਦੀ ਨਾਲ ਅਗਰ ਕੋਈ ਧਾਗਾ ਟੁੱਟ ਗਿਆ, ਅਗਰ ਉਸ ਕੱਪੜੇ ਦੇ ਵਿੱਚ ਕੁਆਲਿਟੀ ਦਾ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਨਾਲ ਦੀ ਨਾਲ ਹੀ ਉਹ ਦੱਸ ਦੇਗੀ। ਇਹ ਜ਼ਾਹਿਰ ਹੈ ਇਹਦੇ ਨਾਲ ਸਾਨੂੰ ਬੜਾ ਫਾਇਦਾ ਹੋਏਗਾ ਔਰ ਐਕਸਪੋਰਟ ਜਿਹੜੇ ਅਸੀਂ ਕੱਪੜੇ ਨੂੰ ਕਰਨੇ ਆ ਉਹਦੇ ਵਿੱਚ ਉਹਦੀ ਪ੍ਰੋਡਕਸ਼ਨ ਜਿਹੜੀ ਹੋ ਰਹੀ ਹੁੰਦੀ ਹੈ ਉੱਥੇ ਬੜੀ ਬਚਤ ਹੋਏਗੀ। ਪਰ ਦੂਜੇ ਪਾਸੇ ਅਸੀਂ ਤੁਹਾਨੂੰ ਹਾਲ ਹੀ 'ਚ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਟੋਟਲ 568
568 ਟੈਕਸਟਾਈਲ ਮਿੱਲਾਂ ਨੇ, ਜਿਨ੍ਹਾਂ ਦੇ ਵਿੱਚੋਂ 187 ਟੈਕਸਟਾਈਲ ਮਿੱਲਾਂ ਜਿਹੜੀਆਂ ਨੇ ਉਹ ਇਹਨਾਂ ਨੇ ਪਿਛਲੇ 2-2.5 ਸਾਲਾਂ ਦੇ ਵਿੱਚ ਬੰਦ ਕਰਾ ਦਿੱਤੀਆਂ ਨੇ। ਇੱਕ ਪਾਸੇ ਅਗਰ ਇਹੋ ਜਿਹੇ ਬੱਚੇ ਜਿਹੜੇ ਨੇ ਉਹ ਨਵੀਂ ਟੈਕਨੋਲੋਜੀ ਕੱਢ ਰਹੇ ਨੇ ਜਿਹਦੇ ਨਾਲ ਫਾਇਦਾ ਹੋਏਗਾ ਟੈਕਸਟਾਈਲ ਨੂੰ, ਤੇ ਦੂਜੇ ਪਾਸੇ ਟੈਕਸਟਾਈਲ ਜਿਹੜਾ ਪਾਕਿਸਤਾਨ ਦੀ ਐਕਸਪੋਰਟ ਦਾ 60% ਹੈ ਉਹਦਾ ਬੇੜਾ ਗਰਕ ਕਰਨ ਵਾਸਤੇ ਇਹਨਾਂ ਨੇ ਮੁਕੰਮਲ ਮਨਸੂਬਾਬੰਦੀ ਜਿਹੜੀ ਉਹ ਕਰ ਰੱਖੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਬੜੀ ਹੈਰਾਨਕੁਨ ਖਬਰ ਹੈ, ਸਮਝ ਤੋਂ ਬਾਹਰ ਹੈ ਵੀ ਇਹ ਹੋਇਆ ਕੀ ਹੈ। ਖਬਰ ਇਹ ਹੈ ਕਿ ਗੁਜਰਾਤ ਦੇ ਰਹਾਇਸ਼ੀ ਅਸਦ ਇਸ਼ਫਾਕ ਦੇ ਘਰ ਚੋਰੀ ਹੋਈ। ਚੋਰੀ ਦੀ ਵਾਰਦਾਤ ਬੜੀ ਅਨੋਖੀ ਸੀ। ਉਹਨਾਂ ਨੇ FIR ਕਟਵਾਈ, ਜਾ ਕੇ FIR ਉਹਨਾਂ ਨੇ ਜਿਹੜੀ ਕਟਵਾਈ ਉਹਦੇ ਵਿੱਚ ਉਹਨਾਂ ਨੇ ਆਖਿਆ ਵੀ ਉਹਨਾਂ ਦੇ ਘਰ ਦੇ ਵਿੱਚੋਂ ਇੱਕ ਔਰਤ ਨੇ ਵਾਸ਼ਰੂਮ ਦੇ ਵਿੱਚੋਂ ਬਾਥਰੂਮ ਦੇ ਵਿੱਚੋਂ 500 ਰੁਪਏ ਮਾਲੀਅਤ ਦੀ ਸ਼ੈਂਪੂ ਦੀ ਬੋਤਲ ਜਿਹੜੀ ਹੈ ਉਹ ਚੋਰੀ ਕਰਕੇ ਲੈ ਗਈ। ਉਹ ਖਤਮ, ਹੋਰ ਉਹਨੇ ਕੁਝ ਨਹੀਂ ਕੀਤਾ। ਉਹ ਆਈ ਤੇ ਖੁਰਾ ਜਿਹਨੂੰ ਆਂਦੇ ਨੇ ਪੰਜਾਬੀ 'ਚ ਤੇ ਅੰਗਰੇਜ਼ੀ 'ਚ ਬਾਥਰੂਮ ਆਖ ਲਾਂਗੇ, ਉੱਥੇ 500 ਰੁਪਏ ਦੀ ਸ਼ੈਂਪੂ ਦੀ ਬੋਤਲ ਸੀ, ਉਹ ਚੁੱਕ ਕੇ ਲੈ ਗਈ। ਅੱਛਾ ਚਲੋ ਇਹ ਤਾਂ ਕੰਮ ਹੋ ਸਕਦਾ ਹੈ, ਕੋਈ ਇਲਜ਼ਾਮ ਲਾ ਸਕਦਾ ਹੈ ਮਾੜਾ ਚੰਗਾ, ਲੇਕਿਨ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਖਾਤੂਨ ਸੀ ਇਹ ਥਾਣਾ ਰਹਿਮਾਨੀਆ ਦੇ ਵਿੱਚ ਅਨੋਖਾ ਵਾਕਿਆ ਆਇਆ, ਜਿੱਥੇ ਇੱਕ ਨਾਮਾਲੂਮ ਔਰਤ ਨੇ ਆਖਿਆ ਵੀ ਮੈਂ ਬਾਥਰੂਮ ਇਸਤੇਮਾਲ ਕਰਨਾ ਹੈ। ਉਹ ਬਾਥਰੂਮ 'ਚ ਗਈ ਹੈ ਇਸਤੇਮਾਲ ਕਰਨ, ਤੇ ਜਾਂਦੀ ਹੋਈ ਫਿਰ ਉਸ ਤੋਂ ਬਾਅਦ ਉਹ 500 ਦਾ ਸ਼ੈਂਪੂ ਦੀ ਬੋਤਲ ਲੈ ਗਈ। ਅੱਛਾ, ਇਹ ਸਭ ਤੋਂ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਦੇ 'ਚ ਦਫਾ 380 ਲੱਗੀ ਹੈ ਥੈਫਟ ਐਕਟ ਦੀ, ਔਰ ਥਾਣਾ ਰਹਿਮਾਨੀਆ ਨੇ ਇਹ ਜਿਹੜੀ ਤੌਕੀਰ ਲਿਆਕਤ ਦੀ ਮਦਈਅਤ ਦੇ ਵਿੱਚ ਅਸਦ ਇਸ਼ਫਾਕ ਦੇ ਘਰ ਹੋਣ ਵਾਲੀ ਜਿਹੜੀ ਚੋਰੀ ਹੈ ਉਹਦਾ ਮੁਕੱਦਮਾ ਦਰਜ ਕਰ ਲਿਆ। ਅੱਛਾ, ਹੁਣ ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਇੱਥੇ ਕਰੋੜਾਂ ਰੁਪਈਆਂ ਦੇ ਡਾਕੇ ਵੱਜ ਜਾਂਦੇ ਨੇ, ਲੋਕਾਂ ਕੋਲ ਗੱਡੀਆਂ ਖੋਹ ਲੈਂਦੇ ਨੇ, ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਮਾਰਦੇ ਨੇ, ਲੋਕਾਂ ਕੋਲ ਹਰ ਸ਼ੈ ਖੋਹ ਕੇ ਲੈ ਜਾਂਦੇ ਨੇ, ਉਹਨਾਂ ਦੇ ਪਰਚੇ ਨਹੀਂ ਹੁੰਦੇ। ਇਹ 500 ਰੁਪਏ ਦੀ, ਇਹ ਲੱਗਦਾ ਇਹ ਹੈ ਕਿ ਇਹ ਕੋਈ ਬਾਹਰੋਂ ਗਿਆ ਹੋਣਾ ਜਵਾਨ ਜਿਹਦੇ ਕੋਲ 4 ਰੁਪਏ ਹੋਣੇ ਨੇ ਗੁਜਰਾਤ ਦੇ ਵਿੱਚ, ਉਹਨੇ ਆਪਣੇ ਕਿਸੇ ਆਂਢੀ ਗਵਾਂਢੀ ਦੇ ਕੋਲੋਂ ਕੋਈ ਬਦਲਾ ਲੈਣਾ ਹੋਣਾ, ਉਹਨੇ ਜਾ SHO ਦੀ ਜੇਬ ਗਰਮ ਕੀਤੀ ਹੋਣੀ ਹੈ, ਔਰ ਇਹੋ ਜਿਹਾ ਬੇਹੂਦਾ ਪਰਚਾ ਜਿਹੜਾ ਉਹ ਕਿਸੇ ਦੇ ਦਵਾਤਾ ਹੋਣਾ। ਹੁਣ ਮੈਨੂੰ ਦੱਸੋ ਵੀ ਜੇ ਉਹ 500 ਦੀ ਸ਼ੈਂਪੂ ਦੀ ਬੋਤਲ ਲੈ ਵੀ ਗਈ ਤੇ ਥਾਣੇ ਜਾਣਦੇ ਹੀ ਤੁਹਾਨੂੰ 500 ਤੋਂ ਬਹੁਤੇ ਲੱਗ ਗਏ ਹੋਣੇ ਨੇ, ਤੇ ਥਾਣੇ ਵਾਲਿਆਂ ਨੂੰ ਅਲੱਗ ਦੇਣੇ ਪਏ ਹੋਣੇ ਨੇ। ਬਹਰਹਾਲ ਮੇਰੀ ਸਮਝ ਤੋਂ ਬਾਹਰ ਹੈ, ਤੁਸੀਂ ਮੈਨੂੰ ਦੱਸੋ ਵੀ ਇਹ ਕੀ ਹੋਇਆ। ਮੇਰੀ ਸਮਝ ਤੋਂ ਬਾਹਰ ਹੈ ਵੀ 500 ਰੁਪਏ ਦੀ ਬੋਤਲ ਦੇ ਉੱਤੇ ਪੁਲਿਸ ਨੇ ਜਿਹੜਾ ਉਹ ਇੱਕ ਪਰਚਾ ਦੇ ਛੱਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਮੋਹਸਨ ਨਕਵੀ ਸਾਹਿਬ, ਜਿਨ੍ਹਾਂ ਨੂੰ ਬੜੀਆਂ ਬਰੀਫਿੰਗਸ ਔਰ ਬੜੇ ਅਹਿਤਮਾਮ ਕਰਕੇ ਅਮਰੀਕਾ ਘੱਲਿਆ ਗਿਆ ਸੀ, ਉਹ ਉੱਥੋਂ ਉਲਟਾ ਚੀਨ ਨੂੰ ਨਾਰਾਜ਼ ਕਰਕੇ ਵਾਪਸ ਆ ਰਹੇ ਨੇ, ਕਿਉਂਕਿ ਉਹ ਉੱਥੇ ਇੱਕ ਐਸੇ ਫੋਰਮ 'ਤੇ ਚਲੇ ਗਏ, ਇੱਕ ਐਸੀ ਬੈਠਕ 'ਚ ਚਲੇ ਗਏ ਜਿੱਥੇ ਚੀਨ ਦਾ ਮੁਖਾਲਿਫ ਜਿਹੜੀ ਉੱਥੇ ਲੌਬੀ ਫਰਮ ਹੈ, ਜਿਹੜੀ ਚੀਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ, ਚੀਨ ਦੀ ਹਕੂਮਤ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਹਨਾਂ ਦੇ ਇਹ ਜਾ ਕੇ ਸ਼ਾਮਿਲ ਹੋ ਗਏ ਉਹਨਾਂ ਦੇ ਉਸ ਐਕਟੀਵਿਟੀ 'ਚ। ਹੁਣ ਅੱਗੋਂ ਝੂਠ ਮਾਰਦੇ ਨੇ, ਪਬਲਿਕ ਨੂੰ ਆਉਂਦੇ ਨੇ ਵੀਡੀਓ ਮੈਸੇਜ ਜਾਰੀ ਕਰਕੇ ਕਿ ਮੈਂ ਚੀਨ ਮੁਖਾਲਿਫ ਕਿਸੇ ਜਗ੍ਹਾ 'ਤੇ ਨਹੀਂ ਗਿਆ, ਇਹ ਸਾਰੇ ਦਾ ਸਾਰਾ ਪ੍ਰੋਪੇਗੰਡਾ ਹੈ, ਮੇਰੇ ਖਿਲਾਫ ਇਹ ਝੂਠਾ ਬਿਆਨੀਆਂ ਹੈ, ਮੈਂ ਕਿਸੇ ਜਗ੍ਹਾ 'ਤੇ ਐਸੀ ਤੇ ਨਹੀਂ ਗਿਆ ਜਿਹੜੀ ਚੀਨ ਮੁਖਾਲਿਫ ਹੋਵੇ। ਲੇਕਿਨ ਦੂਜੇ ਪਾਸੇ ਜਿਹੜਾ ਫੋਰਨ ਆਫਿਸ ਹੈ ਉਹ ਆਂਦਾ ਹੈ ਕਿ ਮੋਹਸਨ ਨਕਵੀ ਸਾਹਿਬ ਗਲਤ ਫਹਿਮੀ ਦੀ ਬਿਨਾ 'ਤੇ ਉੱਥੇ ਚਲੇ ਗਏ, ਜਿਹਦੀ ਵਜ੍ਹਾ ਤੋਂ ਅਸੀਂ ਮਾਜ਼ਰਤ ਕਰਦੇ ਹਾਂ। ਮਤਲਬ ਫੋਰਨ ਆਫਿਸ ਕਹਿੰਦਾ ਗਏ ਨੇ ਔਰ ਮੋਹਸਨ ਨਕਵੀ ਸਾਹਿਬ ਕਹਿੰਦੇ ਨੇ ਮੈਂ ਨਹੀਂ ਗਿਆ, ਔਰ ਜਿਹੜੀਆਂ ਤਸਵੀਰਾਂ ਇੰਟਰਨੈਟ 'ਤੇ ਨੇ ਉਹ ਸਾਰੀਆਂ ਇਹੀਓ ਗੱਲ ਦੱਸਦੀਆਂ ਨੇ ਕਿ ਮੋਹਸਨ ਨਕਵੀ ਸਾਹਿਬ ਉੱਥੇ ਗਏ ਨੇ। ਇਹ ਤਾਂ ਇਹਨਾਂ ਦੀ ਹਾਲਤ ਹੈ। ਹੁਣ ਅਗਲੀ ਗੱਲ ਅਸੀਂ ਤੁਹਾਡੇ ਸਾਹਮਣੇ ਕੀ ਰੱਖੀਏ। ਅੱਛਾ ਜੀ, ਅੱਗੋਂ ਜਿਹੜੇ ਮੁਸਤਫਾ ਖੋਖਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਮੈਂ PTI ਦੇ ਸੱਜਣਾਂ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਡੀਲ ਦੀ ਸਿਆਸਤ ਨਾ ਕਰਿਓ। ਉਹਨਾਂ ਆਖਿਆ ਇਮਰਾਨ ਖਾਨ ਨੇ ਜਿੱਡੀ ਦਲੇਰੀ ਨਾਲ ਜੇਲ੍ਹ ਕੱਟ ਛੱਡੀ ਹੈ, ਉਹ ਹੁਣ ਡੀਲਾਂ ਤੋਂ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਵੱਡਾ ਸਿਆਸਤਦਾਨ ਬਣ ਗਿਆ। ਹੁਣ ਡੀਲ ਕਰਕੇ ਵਜ਼ੀਰ ਆਜ਼ਮ ਬਣਨਾ ਇਮਰਾਨ ਖਾਨ ਦੇ ਕੱਦ ਦੀ ਤੋਹੀਨ ਹੋਏਗੀ। ਮੁਸਤਫਾ ਨਵਾਜ਼ ਖੋਖਰ ਨੇ ਕਿਹਾ ਕਿ ਹੁਣ ਬਿਲਕੁਲ ਡੀਲ ਨਾ ਕਰਨਾ, ਆਪਣੇ ਪੈਰਾਂ 'ਤੇ ਜੰਮੇ ਰਹਿਣਾ ਤੇ ਤੁਹਾਨੂੰ ਫਤਹ ਲੱਭ ਜਾਏਗੀ, ਲੇਕਿਨ ਅਗਰ ਤੁਸੀਂ ਡੀਲ ਕੀਤੀ ਤੇ ਇਮਰਾਨ ਖਾਨ ਨੂੰ ਬੜਾ ਸ਼ਦੀਦ ਨੁਕਸਾਨ ਪਹੁੰਚਾਇਆ ਜਾਏਗਾ। ਮੈਂ ਤੁਹਾਡੇ ਨਾਲ ਇਹਦੇ 'ਚ ਕੋਈ ਦੋ ਰਾਏ ਨਹੀਂ, ਮੈਂ ਤੁਹਾਡੇ ਨਾਲ ਇਹਦੇ 'ਚ ਐਗਰੀ ਕਰਨਾ ਤੇ ਇਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਸੋਚਣਾ ਚਾਹੀਦਾ ਕਿ ਕਿਸੇ ਸੂਰਤ ਵੀ ਡੀਲ ਸਾਨੂੰ ਨਹੀਂ ਕਰਨੀ ਚਾਹੀਦੀ। ਇਹੋ ਜਿਹੀ ਡੀਲ ਅਗਰ ਤੇ ਡੀਲ ਹੈ ਮੁਲਕ ਦੀ ਬਿਹਤਰੀ ਲਈ ਬਿਲਕੁਲ ਕਰਨੀ ਚਾਹੀਦੀ, ਜਿਸ ਤਰ੍ਹਾਂ ਇਮਰਾਨ ਖਾਨ ਕਹਿੰਦੇ ਨੇ, ਲੇਕਿਨ ਇਹੋ ਜਿਹੀ ਡੀਲ ਨਹੀਂ ਜਿਹਦੇ ਨਾਲ ਮੁਲਕ ਦਾ ਨੁਕਸਾਨ ਹੋਵੇ। ਅੱਛਾ ਜੀ, ਅਗਲੀ ਖਬਰ ਅਨੀਕ ਨਾਜੀ ਸਾਹਿਬ ਨੇ ਕਿਹਾ ਹੈ ਕਿ ਮਰੀਮ ਨਵਾਜ਼ ਸਾਹਿਬਾ ਕਿਸੇ ਦੇ ਨਾਲ ਵੀ ਪਾਵਰ ਸ਼ੇਅਰ ਨਹੀਂ ਕਰਦੀਆਂ। ਉਹਨਾਂ ਨੇ ਕਿਹਾ ਬਾਹਰੋਂ ਤੇ ਛੱਡੋ ਕਿਸੇ ਨੂੰ, ਉਹ ਤੇ ਆਪਣੇ ਚਾਚੇ ਦੇ ਪੁੱਤਰ ਹਮਜ਼ਾ ਸ਼ਹਿਬਾਜ਼ ਨਾਲ ਪਾਵਰ ਸ਼ੇਅਰ ਨਹੀਂ ਕਰਦੀਆਂ ਤੇ ਬਾਹਰ ਕਿਸੇ ਨਾਲ ਉਹਨਾਂ ਨੇ ਕੀ ਕਰਨੀ। ਬਰਲੇ ਵੀ ਇੰਟਰਸਟਿੰਗ ਗੱਲ ਹੈ ਉਹਨਾਂ ਦੀ, ਇਹਦੇ 'ਚ ਗੱਲ ਵੀ ਕੋਈ ਸ਼ੱਕ ਵੀ ਨਹੀਂ। ਉਹਦੀ ਵਜ੍ਹਾ ਹੈ ਕਿ ਉਹ ਤੇ ਸ਼ਹਿਬਾਜ਼ ਸ਼ਰੀਫ ਨੂੰ ਵੀ ਲਾਗੇ ਨਹੀਂ ਫਟਕਣ ਦਿੰਦੀਆਂ, ਔਰ ਕਿਸੇ ਸੂਰਤ ਵੀ
ਉਹਨਾਂ ਦੀ ਪੂਰੀ ਤਵੱਜੋ ਹੀ ਇਸ ਗੱਲ ਤੇ ਹੁੰਦੀ ਹੈ ਕਿ ਸ਼ਹਿਬਾਜ਼ ਸ਼ਰੀਫ ਜਿਹੜਾ ਹੈ ਉਹ ਕਿਸੇ ਸੂਰਤ ਵੀ ਇੰਟਰਫੇਅਰ ਨਾ ਕਰੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਹਕੂਮਤ ਦੇ ਵਿੱਚ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਅਸੀਂ ਰੱਖਣੀ ਹੈ ਕਿ 42 ਅਰਬ ਰੁਪਈਏ ਦੀ ਜਿਹੜੀ ਜਾਲੀ ਅਕਾਊਂਟਸ ਦੇ ਵਿੱਚੋਂ ਮਨੀ ਲਾਂਡਰਿੰਗ ਔਰ ਫਰਾਡ ਹੋਇਆ ਸੀ, ਉਹਦੇ 'ਚੋਂ ਫਰਿਆਲ ਤਾਲਪੁਰ ਔਰ ਉਹਨਾਂ ਦੇ ਬਾਕੀ ਸਾਰੇ ਸਾਥੀਆਂ ਨੂੰ ਜਿਹੜਾ ਉਹ ਅਦਾਲਤ ਨੇ ਬਾਇਜ਼ਤ ਬਰੀ ਕਰ ਦਿੱਤਾ ਹੈ। ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।